TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਖਬਰਾਂ, ਕੁਝ ਘਟਨਾਵਾਂ ਜਿਨ੍ਹਾਂ ਦਾ ਪ੍ਰੋਗਰਾਮ ਦੌਰਾਨ ਜ਼ਿਕਰ ਰਹੇਗਾ, ਵਿਸਥਾਰ ਰਹੇਗਾ, ਸਭ ਤੋਂ ਪਹਿਲਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਅਮਰੀਕਾ ਨੇ ਕੈਨੇਡਾ ਅਤੇ ਮੈਕਸੀਕੋ ਦੀ ਸਰਹੱਦ ਤੇ ਗੈਰ ਜ਼ਰੂਰੀ ਯਾਤਰਾ ਤੇ ਲੱਗੀਆਂ ਪਾਬੰਦੀਆਂ ਦੀ ਮਿਆਦ ਵਿੱਚ ਫਿਰ ਤੋਂ ਕੀਤਾ ਵਾਧਾ। ਤਾਲਿਬਾਨ ਦਾ ਅਸਲੀ ਚਿਹਰਾ ਹੋਇਆ ਬੇਨਕਾਬ। ਅਫਗਾਨਿਸਤਾਨ ਵਿੱਚ ਭਾਰਤੀ ਅੰਬੈਸੀਆਂ ਤੇ ਕੀਤਾ ਹਮਲਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਪ੍ਰਚਾਰ ਸਮਾਪਤ। 22 ਤਰੀਕ ਨੂੰ ਹੋਵੇਗੀ ਚੋਣ। ਸਿੱਧੂ ਤੋਂ ਬਾਅਦ ਹੁਣ ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੋਲ੍ਹਿਆ ਮੋਰਚਾ। ਦੋਸਤੋ, ਇਹ ਕੁਝ ਖਬਰਾਂ ਤੇ ਇਹਨਾਂ ਦੇ ਇਲਾਵਾ ਕੁਝ ਹੋਰ ਜਾਣਕਾਰੀਆਂ ਨੇ ਜਿਨ੍ਹਾਂ ਨੂੰ ਅੱਜ ਦੇ ਪ੍ਰੋਗਰਾਮ ਦੌਰਾਨ ਵਿਸਥਾਰ ਸਹਿਤ ਵਿਚਾਰਿਆ ਜਾਣਾ ਹੈ। ਇਸ ਤੋਂ ਪਹਿਲਾਂ ਕਿ ਇੱਧਰ ਨੂੰ ਵਧੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇੱਧਰ ਨੂੰ ਵਧੀਏ ਕਿ ਇਕੱਲੀ ਖਬਰ ਤੇ ਘਟਨਾ ਦੀ ਜਾਂਚ ਕਰੀਏ, ਪੜਤਾਲ ਕਰੀਏ। ਸਭ ਤੋਂ ਪਹਿਲਾਂ ਅਮਰੀਕਾ ਵਾਲੇ ਪਾਸਿਓਂ ਜਿਹੜੀ ਖਬਰ ਮਿਲੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂ। ਅਮਰੀਕਾ ਨੇ ਇੱਕ ਵਾਰ ਫਿਰ ਤੋਂ ਗੈਰ ਜ਼ਰੂਰੀ ਯਾਤਰਾ ਅਤੇ ਬਾਰਡਰ ਦੇ ਉੱਤੇ ਲੱਗੀਆਂ ਪਾਬੰਦੀਆਂ ਦੇ ਵਿੱਚ 1 ਮਹੀਨੇ ਤੱਕ ਲਈ 30 ਦਿਨਾਂ ਦਾ ਹੋਰ ਵਾਅਦਾ ਕਰ ਦਿੱਤਾ ਤੇ ਹੁਣ ਇਹ ਮਿਆਦ 21 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਦਰਅਸਲ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਟਵੀਟ ਕੀਤਾ। ਟਵੀਟ ਕਰਕੇ ਉਹਨਾਂ ਨੇ ਟਵੀਟ ਦੇ ਵਿੱਚੋਂ ਦੱਸਿਆ, ਜੋ ਲਿਖਿਆ ਹੈ ਕਿ COVID-19 ਦੇ ਪਸਾਰ ਨੂੰ ਰੋਕਣ ਲਈ ਇਹ ਕਦਮ ਫਿਰ ਤੋਂ ਚੁੱਕੇ ਜਾ ਰਹੇ ਨੇ ਅਤੇ ਇਹ ਚੁੱਕੇ ਕਦਮ ਹਾਲੇ ਅੱਗੇ ਵੀ ਲਾਗੂ ਰਹਿਣਗੇ। ਹੁਣ ਉਹਨਾਂ ਦਾ ਕਹਿਣਾ ਕੀ ਸੀ? ਉਹਨਾਂ ਦਾ ਕਹਿਣਾ ਸੀ ਕਿ ਜ਼ਰੂਰੀ ਸਮਾਨ ਅਤੇ ਯਾਤਰਾ ਨੂੰ ਜਾਰੀ ਰੱਖਿਆ ਜਾਊਗਾ ਅਤੇ ਸਿਹਤ ਮਾਹਿਰਾਂ ਅਤੇ ਅੰਤਰਰਾਸ਼ਟਰੀ ਸਾਥੀਆਂ ਨਾਲ ਰਲ ਕੇ ਇਸ ਬਾਰੇ ਹੋਰ ਕੰਮ ਕੀਤਾ ਜਾਏਗਾ ਤਾਂ ਕਿ ਸਭਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਤੇ ਜਦੋਂ ਸਭ ਕੁਝ ਠੀਕ ਠਾਕ ਲੱਗਿਆ ਫਿਰ ਇਹ ਮੈਕਸੀਕੋ ਵਾਲੇ ਪਾਸਿਓਂ ਵੀ ਅਤੇ ਕੈਨੇਡਾ ਵਾਲੇ ਪਾਸਿਓਂ ਵੀ ਸਰਹੱਦਾਂ ਖੋਲ੍ਹ ਦਿੱਤੀਆਂ ਜਾਣਗੀਆਂ। ਦੱਸਣਾ ਬਣਦਾ ਹੈ ਕਿ ਮਾਰਚ 2020 ਤੋਂ ਇਹ ਪਾਬੰਦੀਆਂ ਲਾਗੂ ਕੀਤੀਆਂ ਹੋਈਆਂ ਨੇ ਅਤੇ ਆ ਸ਼ਨੀਚਰਵਾਰ ਵਾਲੇ ਦਿਨ ਇਹ ਖਤਮ ਹੋ ਜਾਣੀਆਂ ਸੀ। ਉਹਨਾਂ ਨੇ 1 ਮਹੀਨੇ ਦੀ ਮਿਆਦ ਇਹਦੀ ਹੋਰ ਵਧਾ ਦਿੱਤੀ ਹੈ। ਪਰ ਮੈਂ ਤੁਹਾਨੂੰ ਇਹ ਵੀ ਯਾਦ ਕਰਵਾ ਦਿਆਂ ਕਿ ਅਮਰੀਕਾ ਦੇ ਕੁਝ ਸੈਨੇਟਰ ਸੀ, ਅਮਰੀਕਾ ਦੇ ਕੁਝ ਵਪਾਰੀ ਸੀ, ਅਮਰੀਕਾ ਦਾ ਬਹੁਤ ਵੱਡਾ ਤਬਕਾ ਸੀ ਜਿਹੜਾ ਸਮੇਂ-ਸਮੇਂ ਤੇ ਕੈਨੇਡਾ ਦੇ ਉੱਤੇ ਦਬਾਅ ਬਣਾਉਂਦਾ ਰਿਹਾ ਕਿ ਇਹ ਬਾਰਡਰ ਖੋਲ੍ਹ ਦਿੱਤੇ ਜਾਣ। ਆਖਿਰਕਾਰ ਕੈਨੇਡਾ ਸਰਕਾਰ ਨੇ ਕਈ ਹਫ਼ਤੇ ਪਹਿਲਾਂ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ 9 ਅਗਸਤ ਤੋਂ ਅਮਰੀਕਾ ਦੇ ਸਿਟੀਜ਼ਨ, ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਜਿਨ੍ਹਾਂ ਨੇ ਦੋਵੇਂ ਟੀਕੇ ਲਵਾਏ ਹੋਏ ਨੇ ਅਤੇ ਜਿਨ੍ਹਾਂ ਕੋਲੇ COVID-19 ਦੀ ਨੈਗੇਟਿਵ ਰਿਪੋਰਟ ਹੋਏਗੀ, ਉਹ ਕੈਨੇਡਾ ਵਿੱਚ ਦਾਖਲ ਹੋ ਸਕਣਗੇ। ਜਦੋਂ ਕੈਨੇਡਾ ਨੇ ਇਹ ਐਲਾਨ ਕਰ ਦਿੱਤਾ ਸੀ ਤਾਂ ਅਮਰੀਕਾ ਨੇ ਫਿਰ ਆਖ ਦਿੱਤਾ ਸੀ ਕਿ ਪਰ ਅਸੀਂ ਕੈਨੇਡੀਅਨਾਂ ਨੂੰ ਹਾਲੇ ਆਪਣੇ ਮੁਲਕ ਵਿੱਚ ਦਾਖਲ ਨਹੀਂ ਹੋਣ ਦਿਆਂਗੇ। ਬਹੁਤ ਸਾਰੇ ਲੋਕ 21 ਤਰੀਕ ਦਾ ਇੰਤਜ਼ਾਰ ਕਰ ਰਹੇ ਸਨ ਕਿ ਸ਼ਾਇਦ ਇਹ ਲੱਗੀਆਂ ਪਾਬੰਦੀਆਂ ਦਾ ਥੋੜ੍ਹਾ ਬਹੁਤਾ ਉਸ ਦੇ ਵਿੱਚ ਢਿੱਲ ਦਿੱਤੀ ਜਾਵੇ, ਭੋਗ ਪਾ ਦਿੱਤਾ ਜਾਵੇ, ਪਰ ਅਮਰੀਕਾ ਨੇ ਇਹਦੀ ਮਿਆਦ ਦੇ ਵਿੱਚ 1 ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਹੈ। ਅਗਲੀ ਜਿਹੜੀ ਖਬਰ ਹੈ ਉਹ ਤਾਲਿਬਾਨ ਵਾਲੇ ਪਾਸਿਓਂ ਖਬਰ ਹੈ, ਅਫਗਾਨਿਸਤਾਨ ਵਾਲੇ ਪਾਸਿਓਂ ਖਬਰ ਹੈ। ਅਫਗਾਨਿਸਤਾਨ ਤੇ ਜ਼ਬਰਦਸਤੀ ਕਬਜ਼ਾ ਕਰ ਚੁੱਕੇ ਨੇ ਤਾਲਿਬਾਨ। ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ 2 ਦਹਾਕੇ ਪਹਿਲਾਂ ਵਾਲਾ ਸਾਡਾ ਚਿਹਰਾ ਮੂਹਰਾ ਨਹੀਂ ਹੋਵੇਗਾ, ਭਾਵ ਅਸੀਂ ਸਮੇਂ ਦੇ ਨਾਲ ਬਦਲੇ ਹਾਂ, ਪਰ ਉਹਨਾਂ ਦਾ ਅਸਲੀ ਚਿਹਰਾ ਮੂਹਰਾ ਸਾਹਮਣੇ ਆਉਣ ਲੱਗ ਪਿਆ। ਤਾਲਿਬਾਨ ਦੇ ਅਤਵਾਦੀਆਂ ਨੇ ਕੰਧਾਰ ਅਤੇ ਹਿਰਾਤ ਦੇ ਵਿੱਚ ਭਾਰਤ ਦੇ ਵਣਜ ਦੂਤ ਘਰਾਂ ਤੇ ਭਾਵ ਅੰਬੈਸੀਆਂ ਤੇ ਹਮਲਾ ਕੀਤਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਉੱਥੋਂ ਬਹੁਤ ਸਾਰੇ ਅਹਿਮ ਦਸਤਾਵੇਜ਼ ਚੁੱਕ ਕੇ ਲੈ ਗਏ ਹੈ। ਭਾਰਤੀ ਅੰਬੈਸੀਆਂ ਦੀਆਂ ਕੁਝ ਗੱਡੀਆਂ ਵੀ ਉਹ ਚੁੱਕ ਕੇ ਲੈ ਗਏ ਹੈ। ਭਾਰਤ ਨੇ ਇਹਨਾਂ ਦੂਤ ਘਰਾਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਸੀ ਅਤੇ ਉੱਥੋਂ ਆਪਣੇ ਸਟਾਫ ਨੂੰ ਬੀਤੇ ਦਿਨੀ ਕੱਢ ਲਿਆ ਸੀ। ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਹੋਰ ਮੁਲਕਾਂ ਦੀਆਂ ਅੰਬੈਸੀਆਂ ਦੀ ਵੀ ਉਹਨਾਂ ਨੇ ਤਲਾਸ਼ੀ ਲਈ ਹੈ। ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ, ਸ਼ਾਇਦ ਤੁਹਾਨੂੰ ਯਾਦ ਹੋਵੇ ਕਿ 2 ਦਿਨ ਪਹਿਲਾਂ ਕਿਹਾ ਸੀ ਕਿ ਹਰੇਕ ਮੁਲਕ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਕੋਈ ਵੀ ਮੁਲਕ ਆਪਣਾ ਦੂਤ ਘਰ, ਆਪਣੀ ਅੰਬੈਸੀ ਅਫਗਾਨਿਸਤਾਨ ਦੇ ਵਿੱਚੋਂ ਬੰਦ ਨਾ ਕਰੇ, ਅਸੀਂ ਉਹਨਾਂ ਨੂੰ ਨਿਸ਼ਾਨਾ ਨਹੀਂ ਬਣਾਵਾਂਗੇ। ਹੁਣ ਜਿਹੜੀਆਂ ਰਿਪੋਰਟਸ ਮਿਲ ਰਹੀਆਂ ਨੇ ਉਹਨਾਂ ਰਿਪੋਰਟਸ ਦੇ ਮੁਤਾਬਕ ਤਾਲਿਬਾਨ ਨੇ ਭਾਰਤ ਨੂੰ ਵੀ ਸੰਦੇਸ਼ ਭੇਜਿਆ ਸੀ ਕੋਈ ਆਪਣੇ ਦੂਤ ਘਰ ਨੂੰ, ਆਪਣੀ ਅੰਬੈਸੀ ਨੂੰ ਜਾਂ ਅੰਬੈਸੀਆਂ ਨੂੰ ਬੰਦ ਨਾ ਕਰੇ। ਅਫਗਾਨਿਸਤਾਨ ਤੇ ਕਬਜ਼ੇ ਦੇ 2 ਦਿਨ ਬਾਅਦ ਹੀ
ਜਿਹੜਾ ਪਹਿਲੇ ਪੱਤਰਕਾਰ ਸੰਮੇਲਨ ਦੀ ਗੱਲ ਕਰਾਂ ਤਾਂ ਤਾਲਿਬਾਨ ਨੇ ਦੁਨੀਆ ਦੀਆਂ ਨਜ਼ਰਾਂ ਵਿੱਚ ਆਪਣਾ ਅਕਸ ਬਦਲਿਆ ਹੋਇਆ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਇਹ ਵੀ ਆਖਿਆ ਸੀ ਕਿ ਔਰਤਾਂ ਸਮੇਤ ਕਿਸੇ ਦੇ ਖਿਲਾਫ ਅਸੀਂ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰਾਂਗੇ। ਉਹਨਾਂ ਨੇ ਇੱਕ ਮੁਲਾਕਾਤ ਵੀ ਇੱਕ ਮਹਿਲਾ ਐਂਕਰ ਨੂੰ ਦਿੱਤੀ ਸੀ, ਪਰ ਕੁਝ ਦਿਨਾਂ ਤੋਂ ਬਾਅਦ ਇੱਕ ਮਹਿਲਾ ਐਂਕਰ ਉਹਨਾਂ ਦੇ ਗਈ ਸੀ ਇੰਟਰਵਿਊ ਕਰਨ ਤੇ ਉਹਨੂੰ ਸਟੂਡੀਓ 'ਚੋਂ ਬਾਹਰ ਕੱਢ ਦਿੱਤਾ ਸੀ। ਕੰਧਾਰ ਤੇ ਹਿਰਾਤ ਦੇ ਨਾਲ ਹੀ ਮਜ਼ਾਰੇ ਸ਼ਰੀਫ ਤੇ ਜਲਾਲਾਬਾਦ ਵਿੱਚ ਵੀ ਭਾਰਤ ਦੇ ਵਣਜ ਦੂਤ ਘਰ ਨੇ, ਜਿਨ੍ਹਾਂ ਨੂੰ ਦੱਸਣਾ ਬਣਦਾ ਕਿ 15 ਅਗਸਤ ਨੂੰ ਕਾਬਲ ਤੇ ਤਾਲਿਬਾਨਾਂ ਦੇ ਕਬਜ਼ੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਕੰਧਾਰ ਤੇ ਹਿਰਾਤ ਦੇ ਤਾਲੇ ਤੋੜ ਕੇ ਖਬਰਾਂ ਨੇ ਕਿ ਤਾਲਿਬਾਨ ਅੱਤਵਾਦੀਆਂ ਨੇ ਅੰਬੈਸੀ ਦੇ ਅੰਦਰ ਵੜ ਕੇ ਦਸਤਾਵੇਜ਼ ਚੁੱਕੇ ਨੇ ਅਤੇ ਦੂਤ ਘਰ ਕੰਪਲੈਕਸ ਵਿੱਚ ਖੜੀਆਂ ਕਈ ਗੱਡੀਆਂ ਵੀ ਉਹ ਆਪਣੇ ਨਾਲ ਲੈ ਗਏ ਨੇ। ਹੁਣ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਨੇ ਕਾਬਲ ਤੋਂ ਆਪਣੇ ਰਾਜਦੂਤਾਂ ਦੇ ਸਮੇਤ ਸਾਰੇ ਸਟਾਫ ਨੂੰ ਕੱਢ ਲਿਆ ਸੀ। ਹੁਣ ਉੱਥੇ ਰਹਿ ਰਹੇ ਹੋਰਨਾਂ ਲੋਕਾਂ ਨੂੰ ਕੱਢਣ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ। 17 ਤੇ 18 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਹੋਰਾਂ ਨੇ ਇਸੇ ਮਸਲੇ ਨੂੰ ਆਧਾਰ ਬਣਾ ਕੇ ਇੱਕ ਕੈਬਨਿਟ ਬੈਠਕ ਵੀ ਕੀਤੀ ਸੀ। ਚਰਚਾ ਕੀਤੀ ਗਈ ਸੀ ਕਿ ਇਹਨਾਂ ਹਾਲਾਤਾਂ ਨਾਲ ਕਿਵੇਂ ਨਜਿੱਠਿਆ ਜਾਵੇ, ਪਰ ਤਾਲਿਬਾਨਾਂ ਦੇ ਉੱਤੇ ਹਾਲੇ ਵੀ ਲੋਕ ਯਕੀਨ ਨਹੀਂ ਕਰ ਰਹੇ। 19 ਅਗਸਤ ਨੂੰ ਅਫਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਹੁੰਦਾ ਹੈ। ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਸੀ, ਤਾਲਿਬਾਨਾਂ ਦੇ ਖਿਲਾਫ ਉਹਨਾਂ ਨੇ ਪ੍ਰਦਰਸ਼ਨ ਕੀਤੇ ਸੀ, ਪਰ ਕਈਆਂ ਪਾਸੋਂ ਤੋਂ ਖਬਰ ਆਈਆਂ ਸੀ ਕਿ ਤਾਲਿਬਾਨਾਂ ਨੇ ਗੋਲੀ ਚਲਾ ਕੇ ਕਈਆਂ ਨੂੰ ਮੌਤ ਦੇ ਹਵਾਲੇ ਵੀ ਕਰ ਦਿੱਤਾ ਹੈ। ਹੁਣ ਸ਼ੁੱਕਰਵਾਰ ਵਾਲੇ ਦਿਨ ਐਮਨੈਸਟੀ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਆਈ ਹੈ। ਰਿਪੋਰਟ ਨੇ ਤਾਲਿਬਾਨ ਦੇ ਅਸਲੀ ਜ਼ਾਲਮਾਨਾ ਚਿਹਰੇ ਨੂੰ ਬੇਨਕਾਬ ਕੀਤਾ ਹੈ। ਇਸ ਨਾਲ ਲੋਕਾਂ ਦੇ ਵਿੱਚ ਹੋਰ ਦਹਿਸ਼ਤ ਵੀ ਫੈਲੀ ਹੈ ਤੇ ਉਹਨਾਂ ਨੂੰ ਤਾਲਿਬਾਨ ਦੇ ਸੁਧਰਨ ਦੇ ਦਾਅਵੇ ਤੇ ਹੁਣ ਭਰੋਸਾ ਨਹੀਂ ਹੋ ਰਿਹਾ, ਕਿਉਂਕਿ ਤਾਲਿਬਾਨੀ ਅੱਤਵਾਦੀਆਂ ਨੇ ਬੀਤੇ ਮਹੀਨੇ ਗਜਨੀ ਸੂਬੇ ਤੇ ਕਬਜ਼ਾ ਕਰਨ ਤੋਂ ਬਾਅਦ ਮੁੰਦਰ ਖਤ ਪਿੰਡ 'ਚ ਹਜ਼ਾਰਾ ਫਿਰਕੇ ਦੇ 9 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹਨਾਂ ਵਿੱਚੋਂ ਖਬਰ ਇਹ ਵੀ ਮਿਲ ਰਹੀ ਹੈ ਕਿ 3 ਨੂੰ ਤਾਂ ਤਸੀਹੇ ਦੇ ਕੇ ਮਾਰਿਆ ਸੀ। ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਦੀ ਮੁਖੀ ਐਗਨੇਸ ਕਲਾਮਾਰਡ ਨੇ ਕਿਹਾ ਕਿ 4 ਤੋਂ 6 ਜੁਲਾਈ ਤੱਕ ਹੋਈ ਇਸ ਘਟਨਾ ਨੇ ਤਾਲਿਬਾਨ ਦੇ ਪੁਰਾਣੇ ਜ਼ਾਲਮਾਨਾ ਸ਼ਾਸਨ ਦੀ ਯਾਦ ਇੱਕ ਵਾਰੀ ਫਿਰ ਤਾਜ਼ਾ ਕਰਵਾਈ ਹੈ। ਹੁਣ ਅਸਲ ਦੇ ਵਿੱਚ ਇਹ ਵੀ ਰਿਪੋਰਟਾਂ ਮਿਲ ਰਹੀਆਂ ਨੇ ਕਿ ਤਾਲਿਬਾਨ ਦੇ ਜਿਹੜੇ ਅੱਤਵਾਦੀ ਨੇ, ਖੁੰਖਾਰ ਨੇ, ਉਹ 31 ਅਗਸਤ ਦਾ ਇੰਤਜ਼ਾਰ ਕਰ ਰਹੇ ਨੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ 31 ਅਗਸਤ ਦਾ ਉਚੇਚੇ ਤੌਰ ਤੇ ਇੰਤਜ਼ਾਰ ਕਿਉਂ? ਖਬਰ ਏਜੰਸੀਆਂ ਜਿਹੜੀ ਜਾਣਕਾਰੀ ਦੇ ਰਹੀਆਂ ਨੇ ਉਹਨਾਂ ਦੇ ਮੁਤਾਬਕ ਅਫਗਾਨਿਸਤਾਨ ਦੇ ਵਿੱਚ ਸਰਕਾਰ ਕਿਹੋ ਜਿਹੀ ਹੋਣੀ ਹੈ, ਕਿਵੇਂ ਚੱਲੂ, ਮੁਖੀ ਕੌਣ, ਉਹ ਹਾਲੇ ਤੱਕ ਕੋਈ ਸਥਿਤੀ ਸਪਸ਼ਟ ਨਹੀਂ ਹੋ ਸਕੀ, ਸਹਿਮਤੀ ਵੀ ਨਹੀਂ ਬਣ ਸਕੀ। ਪਰ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਤੇ ਅਬਦੁੱਲਾ ਦੇ ਨਾਲ ਤਾਲਿਬਾਨਾਂ ਦੇ ਜਿਹੜੇ ਸਰਗਣੇ ਨੇ ਉਹਨਾਂ ਨੇ ਮੁਲਾਕਾਤਾਂ ਕੀਤੀਆਂ ਨੇ, ਗੱਲਬਾਤ ਚੱਲ ਰਹੀ ਹੈ। ਇਸੇ ਦੌਰਾਨ ਤਾਲਿਬਾਨ ਦਾ ਇੱਕ ਪ੍ਰਮੁੱਖ ਸਰਗਣਾ ਉਹਨਾਂ ਨੇ ਕਿਹਾ ਕਿ 31 ਅਗਸਤ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ, ਜਦੋਂ ਅਮਰੀਕੀ ਫੌਜ ਪੂਰੀ ਤਰ੍ਹਾਂ ਨਾਲ ਇੱਥੋਂ ਵਾਪਸ ਚਲੀ ਜਾਊਗੀ। ਉਹਨਾਂ ਨੇ ਕਿਹਾ ਕਿ ਤਾਲਿਬਾਨ ਦੇ ਜਿਹੜੇ ਬੁਲਾਰੇ ਨੇ ਅਨਸ ਹੰਕਾਨੀ, ਉਹ ਕਹਿੰਦੇ ਅਮਰੀਕਾ ਨੂੰ ਅਸੀਂ ਭਰੋਸਾ ਦਿੱਤਾ ਸੀ ਕਿ ਉਹ 31 ਅਗਸਤ ਤੱਕ ਕੁਝ ਨਹੀਂ ਕਰਨਗੇ। ਉਹਨਾਂ ਇਹ ਤਾਂ ਨਹੀਂ ਦੱਸਿਆ ਕਿ ਅਮਰੀਕੀ ਫੌਜ ਦੇ ਚਲੇ ਜਾਣ ਤੋਂ ਬਾਅਦ ਤਾਲਿਬਾਨ ਕਰਨਾ ਕੀ ਚਾਹੁੰਦੇ ਨੇ, ਪਰ ਉਸਨੇ ਜਿਹੜੇ ਸੰਕੇਤ ਦਿੱਤੇ ਨੇ ਉਹਨਾਂ ਤੋਂ ਇਹ ਗੱਲ ਸਾਫ਼ ਹੋ ਰਹੀ ਹੈ ਕਿ ਮੁੜ ਅਫਗਾਨਿਸਤਾਨ ਦੇ ਵਿੱਚ ਇਸਲਾਮੀ ਰਾਜ ਦੀ ਸਥਾਪਨਾ ਕੀਤੀ ਜਾਏਗੀ। ਤੇ ਦੂਸਰੇ ਪਾਸੇ ਖਬਰਾਂ ਇਹ ਨੇ, ਅਮਰੀਕਾ ਨੇ ਆਖ ਦਿੱਤਾ ਕਿ ਜਦੋਂ ਤੱਕ ਅਸੀਂ ਆਪਣੇ ਸਾਰੇ ਉੱਥੋਂ ਨਾਗਰਿਕਾਂ ਨੂੰ ਕੱਢ ਨਹੀਂ ਲੈਂਦੇ, ਉਦੋਂ ਤੱਕ ਸਾਡੀ ਫੌਜ ਅਫਗਾਨਿਸਤਾਨ ਦੇ ਵਿੱਚ ਰਹੇਗੀ। ਹੁਣ ਲਗਭਗ ਜਿੰਨੀਆਂ ਵੀ ਸਰਹੱਦਾਂ ਅਫਗਾਨਿਸਤਾਨ ਦੀਆਂ ਬਾਕੀ ਮੁਲਕਾਂ ਨਾਲ ਲੱਗਦੀਆਂ, ਸਾਰੀਆਂ ਤਾਲਿਬਾਨਾਂ ਦੇ ਕਬਜ਼ੇ ਵਿੱਚ ਨੇ। ਸਿਰਫ ਇੱਕ ਕੰਧਾਰ ਦਾ ਹਵਾਈ ਅੱਡਾ ਹੈ ਜਿਹੜਾ 3 ਮੁਲਕਾਂ ਦੀਆਂ ਫੌਜਾਂ ਦੇ ਇਸ ਵਕਤ ਕੰਟਰੋਲ ਦੇ ਵਿੱਚ ਹੈ। ਇਸੇ ਹੀ ਕਰਕੇ ਉਹਨੂੰ ਕੰਟਰੋਲ ਵਿੱਚ ਰੱਖਣਾ, ਜੇਕਰ ਉੱਥੋਂ ਵਿਦੇਸ਼ੀ ਲੋਕਾਂ ਨੂੰ ਅਫਗਾਨਿਸਤਾਨ ਦੇ ਵਿੱਚੋਂ ਕੱਢਣਾ ਬੜਾ ਲਾਜ਼ਮੀ ਹੈ। ਹੁਣ ਵੇਖਦੇ ਹਾਂ ਕਿ 31 ਅਗਸਤ ਤੋਂ ਬਾਅਦ ਵੀ ਨਾਟੋ ਫੌਜਾਂ ਉੱਥੇ ਰਹਿੰਦੀਆਂ ਨੇ ਜਾਂ ਵਾਪਸ ਆ ਜਾਂਦੀਆਂ ਨੇ, ਤੇ ਵਾਪਸ ਆਉਣ ਤੋਂ ਬਾਅਦ ਤਾਲਿਬਾਨ ਕਿਹੋ ਜਿਹੀ ਸਰਕਾਰ ਪੇਸ਼ ਕਰਦਾ ਹੈ ਤੇ ਕਿਹੋ ਜਿਹੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਕਾਰਵਾਈਆਂ ਸਾਹਮਣੇ ਆਉਂਦੀਆਂ ਨੇ। ਅਗਲੀ ਖਬਰ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ। ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ 22 ਅਗਸਤ ਵਾਲੇ ਦਿਨ ਚੋਣਾਂ ਹੋ ਜਾਣੀਆਂ ਨੇ ਅਤੇ 25 ਅਗਸਤ ਨੂੰ ਇਹਨਾਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਇਸ ਚੋਣ ਦੇ ਵਿੱਚ ਲਗਭਗ 3,42,000 ਲੋਕ ਆਪਣੇ ਮਤਦਾਨ ਕਰਨਗੇ, ਭਾਵ ਵੋਟਾਂ ਦੇ ਵਿੱਚ ਹਿੱਸਾ ਲੈਣਗੇ।
ਗੁਰਦੁਆਰਾ ਚੋਣ ਡਾਇਰੈਕਟੋਰੇਟ ਸ਼ਾਂਤੀਪੂਰਨ ਤੇ ਨਿਰਪੱਖ ਚੋਣਾਂ ਕਰਵਾਉਣ ਦੀਆਂ ਤਿਆਰੀ ਨੂੰ ਅੰਤਮ ਰੂਪ ਦੇਣ ਦੇ ਵਿੱਚ ਲੱਗਿਆ ਹੋਇਆ ਹੈ। 46 ਸੀਟਾਂ ਦੇ ਵਾਸਤੇ 132 ਆਜ਼ਾਦ ਉਮੀਦਵਾਰਾਂ ਦੇ ਸਮੇਤ 312 ਉਮੀਦਵਾਰ ਇਸ ਵਕਤ ਚੋਣ ਮੈਦਾਨ ਵਿੱਚ ਨੇ। ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਦੀਆਂ ਪੂਰੀਆਂ ਸੀਟਾਂ ਭਾਵ 46 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਹੋਏ ਨੇ। ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਨੇ 41 ਦੇ ਉੱਤੇ, ਸ਼੍ਰੋਮਣੀ ਅਕਾਲੀ ਦਲ ਸਰਨਾ ਨੇ 35 ਉਮੀਦਵਾਰ ਆਪਣੇ ਚੋਣ ਮੈਦਾਨ ਵਿੱਚ ਉਤਾਰੇ ਹੋਏ ਨੇ। ਪੂਰੀ ਦਿੱਲੀ ਦੇ ਵਿੱਚ 546 ਮਤਦਾਨ ਕੇਂਦਰ ਬਣਾਏ ਗਏ ਹੈ ਅਤੇ ਗੁਰਦੁਆਰਾ ਡਾਇਰੈਕਟੋਰੇਟ ਨੇ 23 ਚੋਣ ਅਧਿਕਾਰੀ ਇਸ ਚੋਣ ਦੇ ਵਾਸਤੇ ਤਾਇਨਾਤ ਕੀਤੇ ਹੋਏ ਨੇ। ਜਾਣਕਾਰੀ ਮਿਲ ਰਹੀ ਹੈ ਕਿ ਆਦਮੀਆਂ ਦੇ ਨਾਲੋਂ ਮਹਿਲਾ ਵੋਟਰ ਨੇ ਜਿਹੜੀਆਂ ਸ਼ਾਇਦ ਜ਼ਿਆਦਾ ਨੇ। ਦਿਨ ਰੱਖੜੀ ਦਾ ਜਿਸ ਦਿਨ ਚੋਣਾਂ ਹੋ ਰਹੀਆਂ ਨੇ ਤੇ ਉਸ ਦਿਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ ਔਰਤਾਂ ਦੀ ਭੂਮਿਕਾ ਮਹੱਤਵਪੂਰਨ ਰਹੇਗੀ, ਕਿਉਂਕਿ ਆਦਮੀਆਂ ਨਾਲੋਂ ਮਹਿਲਾ ਵੋਟਰ ਜ਼ਿਆਦਾ ਦੱਸੀਆਂ ਜਾ ਰਹੀਆਂ ਨੇ। ਇਸ ਤਰ੍ਹਾਂ ਮਹਿਲਾਵਾਂ ਦਾ ਸਮਰਥਨ ਕਿਹੜੀ ਪਾਰਟੀ ਨੂੰ ਮਿਲਦਾ ਹੈ, ਕਿਹੜੀ ਪਾਰਟੀ ਦੇ ਹੱਕ ਵਿੱਚ ਉਹ ਫਤਵਾ ਦਿੰਦੀਆਂ ਨੇ, ਇਹ ਤਾਂ ਨਤੀਜੇ ਦੱਸਣਗੇ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਰੀਆਂ ਪਾਰਟੀਆਂ ਉਹਨਾਂ ਦੀ ਹਮਾਇਤ ਹਾਸਲ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਹਾਲਾਂਕਿ ਜੇਕਰ ਪਾਰਟੀ ਉਮੀਦਵਾਰਾਂ ਤੇ ਨਜ਼ਰ ਮਾਰੀਏ ਕਿ ਕਿਹੜੀ ਪਾਰਟੀ ਨੇ ਕਿੰਨੀਆਂ ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਨੇ, ਤਾਂ ਲਗਭਗ ਸਾਰੀਆਂ ਪਾਰਟੀਆਂ ਨੇ ਟਿਕਟਾਂ ਦੇਣ ਵਿੱਚ ਕੁਤਾਹੀ ਵਰਤੀ ਹੈ। ਜਾਗੋ ਪਾਰਟੀ ਨੇ ਸਭ ਤੋਂ ਵੱਧ ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਨੇ, ਪਰ ਬਹੁਤੀਆਂ ਉਹਨਾਂ ਨੇ ਵੀ ਨਹੀਂ ਦਿੱਤੀਆਂ। 41 ਦੇ ਵਿੱਚੋਂ 5 ਉਹਨਾਂ ਦੀਆਂ ਮਹਿਲਾ ਉਮੀਦਵਾਰ ਮੈਦਾਨ ਵਿੱਚ ਨੇ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਸਰਨਾ ਨੇ ਸਿਰਫ ਇੱਕ ਮਹਿਲਾ ਨੂੰ ਉਮੀਦਵਾਰ ਬਣਾਇਆ ਹੋਇਆ, ਟਿਕਟ ਦਿੱਤੀ ਹੈ। 55 ਦੇ ਵਿੱਚੋਂ 46 ਜਿਹੜੇ ਮੈਂਬਰ ਨੇ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਵਾਸਤੇ ਚੋਣਾਂ ਹੁੰਦੀਆਂ ਤੇ ਬਾਕੀਆਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ। DSGMC ਦੇ 55 ਮੈਂਬਰਾਂ ਦੇ ਵਿੱਚੋਂ ਜਿਹੜੇ 46 ਨੇ ਉਹ ਸੰਗਤ ਵੱਲੋਂ ਸਿੱਧੇ ਚੁਣੇ ਜਾਂਦੇ ਨੇ। ਇਹਨਾਂ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਵੀ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੁੰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਨੁਮਾਇੰਦਾ ਵੀ ਇਸ ਦਾ ਮੈਂਬਰ ਹੁੰਦਾ ਹੈ। ਦਿੱਲੀ ਦੀਆਂ ਸਿੰਘ ਸਭਾਵਾਂ ਦੇ ਪ੍ਰਧਾਨਾਂ ਚੋਂ 2 ਨੂੰ DSGMC ਦਾ ਮੈਂਬਰ ਬਣਾਇਆ ਜਾਂਦਾ ਹੈ, ਜਿਨ੍ਹਾਂ ਦੀ ਚੋਣ ਲੋਟਰੀ ਜ਼ਰੀਏ ਕੀਤੀ ਜਾਂਦੀ ਹੈ। ਦਿੱਲੀ ਸਿੱਖ ਗੁਰਦੁਆਰਾ ਜੇਕਰ ਐਕਟ ਦੇ ਉੱਤੇ ਧਿਆਨ ਮਾਰੀਏ ਕਿ ਚੋਣਾਂ ਹੋਈਆਂ ਕਿਵੇਂ ਨੇ, ਕਰਵਾਈਆਂ ਕਿਉਂ ਜਾਂਦੀਆਂ ਨੇ ਤੇ ਕਿੰਨੀ ਵਾਰੀ ਹੁਣ ਤੱਕ ਉਦੋਂ ਦੀਆਂ ਚੋਣਾਂ ਹੋ ਜਾਣੀਆਂ ਚਾਹੀਦੀਆਂ ਸੀ, ਸੰਖੇਪ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਤਾਂ ਕਿ ਤੁਹਾਨੂੰ ਤਸਵੀਰ ਸਾਫ਼ ਹੋ ਜਾਏ। ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੇ ਅਧੀਨ ਗਠਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਮਨੋਰਥ ਦਿੱਲੀ ਦੇ ਗੁਰਦੁਆਰਿਆਂ ਅਤੇ ਉਹਨਾਂ ਦੀ ਜਾਇਦਾਦ ਦੀ ਦਰਅਸਲ ਸੇਵਾ ਸੰਭਾਲ ਕਰਨਾ, ਪਰ ਹੁੰਦੀ ਕਿੰਨੀ ਕੁ ਹੈ ਇਹ ਤੁਸੀਂ ਮੇਰੇ ਨਾਲੋਂ ਵੀ ਬਿਹਤਰ ਜਾਣਦੇ ਹੋਵੋਗੇ। ਇਸ ਕਮੇਟੀ ਦੀਆਂ ਮੁੱਢਲੀਆਂ ਚੋਣਾਂ ਦੇ ਵਿੱਚ ਦਿੱਲੀ ਸਰਕਾਰ ਦੇ ਵੱਲੋਂ 30 ਮਾਰਚ ਤੇ 1975 ਨੂੰ ਸਭ ਤੋਂ ਪਹਿਲੀ ਵਾਰੀ ਚੋਣ ਕਰਵਾਈ ਗਈ ਸੀ। 30 ਮਾਰਚ ਤੇ 1975 ਨੂੰ ਸਭ ਤੋਂ ਪਹਿਲੀ ਚੋਣ ਹੁੰਦੀ ਹੈ। ਇਸ ਤਰ੍ਹਾਂ ਪਹਿਲੀ ਕਮੇਟੀ ਦਾ ਗਠਨ 28 ਅਪ੍ਰੈਲ ਤੇ 1975 ਨੂੰ ਹੋਇਆ ਸੀ। ਦਿੱਲੀ ਗੁਰਦੁਆਰਾ ਕਮੇਟੀ ਦੀਆਂ ਹਰ 4 ਸਾਲ ਬਾਅਦ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੀ ਹੁੰਦੀ ਹੈ, ਪਰ ਇਹ ਆਮ ਤੌਰ ਤੇ ਦੇਖਣ ਦੇ ਵਿੱਚ ਆਇਆ ਹੈ ਕਿ ਸਰਕਾਰ ਵੱਲੋਂ ਇਹ ਚੋਣਾਂ ਮਿੱਥੇ ਸਮੇਂ ਤੇ ਅੱਜ ਤੱਕ ਬਹੁਤੀ ਵਾਰੀ ਕਰਵਾਈਆਂ ਨਹੀਂ ਗਈਆਂ। ਇਹਨਾਂ ਚੋਣਾਂ ਨੂੰ ਕਰਵਾਉਣ ਲਈ ਅਦਾਲਤਾਂ ਦੇ ਵਿੱਚ ਗੁਹਾਰ ਲਾਉਣੀ ਪੈਂਦੀ ਹੈ। ਦੱਸਣਾ ਬਣਦਾ ਕਿ ਗੁਰਦੁਆਰਾ ਐਕਟ ਦੇ 7 ਅਪ੍ਰੈਲ 1972 ਨੂੰ ਹੋਂਦ ਵਿੱਚ ਆਉਣ ਤੋਂ ਬਾਅਦ ਹੁਣ ਤੱਕ 49 ਸਾਲਾਂ ਦੇ ਵਕਫੇ 'ਚ ਕੇਵਲ 7 ਵਾਰ 1975 'ਚ, 1979 'ਚ, 1995 'ਚ, 2002 'ਚ, 2007, 2013 ਤੇ 2017 ਦੇ ਵਿੱਚ ਸਿਰਫ ਚੋਣਾਂ ਕਰਵਾਈਆਂ ਜਾ ਸਕੀਆਂ, ਜਦ ਕਿ ਐਕਟ ਮੁਤਾਬਕ ਇਹ ਚੋਣਾਂ ਹੁਣ ਤੱਕ 12 ਵਾਰ ਹੋ ਸਕਦੀਆਂ ਸੀ। ਬੀਤੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 26 ਫਰਵਰੀ ਤੇ 2017 ਨੂੰ ਹੋਈਆਂ ਸੀ ਤੇ 30 ਮਾਰਚ 2017 ਨੂੰ ਕਮੇਟੀ ਦੇ ਕਾਰਜਕਾਰੀ ਬੋਰਡ ਦਾ ਗਠਨ ਕੀਤਾ ਗਿਆ ਸੀ। ਇਸ ਲਈ ਜਿਹੜੀ ਆ ਮੌਜੂਦਾ ਕਮੇਟੀ ਹੈ, ਅਸਲ ਦੇ ਵਿੱਚ ਇਹਦਾ ਕਾਰਜਕਾਲ 29 ਮਾਰਚ ਤੇ 2021 ਨੂੰ ਸਮਾਪਤ ਹੋ ਚੁੱਕਿਆ ਹੈ। ਹਾਲਾਂਕਿ ਸਰਕਾਰ ਵੱਲੋਂ ਚੋਣਾਂ ਕਰਵਾਉਣ ਦੀ ਤਾਰੀਖ ਪਹਿਲਾਂ 25 ਅਪ੍ਰੈਲ ਤੇ 2021 ਮਿਥੀ ਗਈ ਸੀ, ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਇਹ ਚੋਣਾਂ ਕੁਝ ਸਮੇਂ ਵਾਸਤੇ ਮੁਲਤਵੀ ਹੋਈਆਂ ਸੀ ਤੇ ਹੁਣ ਇਹ ਆਉਣ ਵਾਲੀ 22 ਅਗਸਤ 2021 ਨੂੰ ਨਿਰਧਾਰਤ ਨੇ ਅਤੇ 25 ਅਗਸਤ 2021 ਨੂੰ ਇਹਨਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਹੁਣ ਦਿੱਲੀ ਦੀ ਸਿੱਖ ਸੰਗਤ ਸਰਨਾ ਧਿਰ ਨੂੰ, ਮਨਜੀਤ ਸਿੰਘ ਜੀਕੇ ਦੀ ਧਿਰ ਨੂੰ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸਿਰਸੇ ਵਾਲੀ ਧਿਰ ਨੂੰ
ਚੋਣ ਮੈਦਾਨ ਵਿੱਚ ਉਤਰਿਆਂ ਦੇ ਵਿੱਚੋਂ ਕਿਹਨੂੰ ਜਿਤਾਉਂਦੀ ਹੈ, ਇਹ 25 ਅਗਸਤ ਨੂੰ ਨਤੀਜੇ ਦੱਸਣਗੇ। ਅਗਲੀ ਜਿਹੜੀ ਖਬਰ ਹੈ ਉਹ ਵੀ ਕਾਫੀ ਵੱਡੀ ਖਬਰ ਹੈ, ਖਾਸ ਕਰਕੇ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੀ ਹੋਈ ਖਬਰ ਹੈ। ਲੰਬੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੁਝ ਸਮਾਂ ਪਹਿਲਾਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਬਣੇ ਨੇ ਨਵਜੋਤ ਸਿੰਘ ਸਿੱਧੂ, ਦਰਅਸਲ ਇਹਨਾਂ ਦੇ ਵਿਚਕਾਰ 36 ਦਾ ਅੰਕੜਾ ਚੱਲਦਾ ਆ ਰਿਹਾ ਹੈ। ਪਰ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ, ਕਦੇ-ਕਦੇ ਤਾਂ ਲੱਗਦਾ ਕਿ ਹੱਥ ਕਰਾਰੇ ਦਿਖਾਉਣਗੇ, ਪਰ ਹੁਣ ਇਹ ਵੀ ਲੱਗਦਾ ਅੱਜ ਦੀ ਮੀਟਿੰਗ ਤੋਂ ਕਿ ਇਹਨਾਂ ਦੇ ਸਬੰਧ ਸੁਖਾਵੇਂ ਹੁੰਦੇ ਜਾ ਰਹੇ ਨੇ। ਦੋਵੇਂ ਲੀਡਰਾਂ ਦੇ ਵਾਸਤੇ ਵੀ ਇਹ ਗੱਲ ਚੰਗੀ ਹੈ ਜੇਕਰ ਸਬੰਧ ਸੁਖਾਵੇਂ ਕਰ ਲੈਣਗੇ। ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵਾਸਤੇ ਵੀ ਇਹ ਚੰਗਾ ਸ਼ਗਨ ਹੈ ਜੇਕਰ ਸਬੰਧ ਸੁਖਾਵੇਂ ਕਰ ਲੈਣ। ਅਸਲ ਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਕੈਪਟਨ ਦੇ ਸਿਸਮਾ ਵਾਲੇ ਫਾਰਮ ਦੇ ਵਿੱਚ ਪਹੁੰਚੇ ਸਿੱਧੂ ਨੇ ਕਪਤਾਨ ਨਾਲ ਮੀਟਿੰਗ ਕੀਤੀ ਹੈ ਤੇ ਉਸ ਵਕਤ ਪਤਾ ਲੱਗਿਆ ਕਿ ਉਹਨਾਂ ਦੇ ਨਾਲ ਨਵੇਂ ਜਿਹੜੇ ਨਿਯੁਕਤ ਕੀਤੇ ਗਏ ਜਨਰਲ ਸਕੱਤਰ ਨੇ ਅਤੇ ਵਿਧਾਇਕ ਵੀ ਨੇ, ਪ੍ਰਗਟ ਸਿੰਘ ਉਹਨਾਂ ਦੇ ਮਿੱਤਰ ਵੀ ਨੇ, ਉਹ ਵੀ ਸੀ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਵੀ ਸੀ। ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਜਿਸ ਦਿਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣਾ ਸੀ, ਤੁਹਾਨੂੰ ਯਾਦ ਹੋਣਾ ਹੈ ਕਿ ਪਹਿਲਾਂ ਇਹਨਾਂ ਦੀ ਪੰਜਾਬ ਸਕੱਤਰੇਤ ਦੇ ਵਿੱਚ ਮੀਟਿੰਗ ਹੋਈ ਸੀ, ਪਰ ਹੁਣ ਵਾਲੀ ਮੀਟਿੰਗ ਦਾ ਪਤਾ ਲੱਗਿਆ ਹੈ ਕਿ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਕੈਪਟਨ ਤੇ ਸਿੱਧੂ ਦੋਵਾਂ ਲੀਡਰਾਂ ਨੇ ਆਪਸੀ ਸਹਿਮਤੀ ਦੇ ਨਾਲ ਇੱਕ 10 ਮੈਂਬਰੀ ਤਾਲਮੇਲ ਕਮੇਟੀ ਬਣਾਈ ਹੈ। ਇਹਦੇ ਵਿੱਚ ਦੱਸਿਆ ਜਾ ਰਿਹਾ ਕਿ 3 ਕੈਬਨਿਟ ਮੰਤਰੀ ਨੇ, ਜਿਨ੍ਹਾਂ ਦੇ ਵਿੱਚ ਅਰੁਣਾ ਚੌਧਰੀ ਹੈ, ਜਿਨ੍ਹਾਂ ਦੇ ਵਿੱਚ ਮਨਪ੍ਰੀਤ ਬਾਦਲ ਨੇ ਤੇ ਜਿਨ੍ਹਾਂ ਦੇ ਵਿੱਚ ਬ੍ਰਹਮ ਮਹਿੰਦਰਾ ਵੀ ਨੇ, ਤੇ ਨਾਲ ਹੀ ਕਾਂਗਰਸ ਦੇ 4 ਹੀ ਕਾਰਜਕਾਰੀ ਪ੍ਰਧਾਨ ਵੀ ਦੱਸੇ ਜਾ ਰਹੇ ਨੇ ਕਿ ਇਸ 10 ਮੈਂਬਰੀ ਕਮੇਟੀ ਦਾ ਉਹ ਵੀ ਹਿੱਸਾ ਹੋਣਗੇ। ਇਹਨਾਂ ਦੇ ਇਲਾਵਾ ਪ੍ਰਗਟ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤੇ ਇਸ ਕਮੇਟੀ ਦੀ ਜਿਹੜੀ ਅਗਵਾਈ ਹੈ ਉਹ ਖੁਦ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਹ ਵੀ ਪਤਾ ਲੱਗਿਆ ਕਿ ਇਸ ਮੀਟਿੰਗ ਵਿੱਚ ਕੀਤੇ ਫੈਸਲੇ ਦੇ ਅਨੁਸਾਰ ਆਉਣ ਵਾਲੇ ਸੋਮਵਾਰ ਤੋਂ ਭਾਵ 23 ਅਗਸਤ ਤੋਂ ਪੰਜਾਬ ਕਾਂਗਰਸ ਭਵਨ ਦੇ ਵਿੱਚ ਰੋਜ਼ਾਨਾ ਇੱਕ ਮੰਤਰੀ ਪਾਰਟੀ ਆਗੂਆਂ ਦੇ ਨਾਲ, ਵਰਕਰਾਂ ਦੇ ਨਾਲ ਮਿਲਿਆ ਕਰੇਗਾ, ਗੱਲਬਾਤ ਕਰਿਆ ਕਰੇਗਾ ਤੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਿਆ ਕਰੇਗਾ ਤੇ ਸਮਾਂ 11 ਵਜੇ ਤੋਂ ਲੈ ਕੇ ਤਕਰੀਬਨ 2 ਵਜੇ ਦੇ ਦਰਮਿਆਨ ਦਾ ਇਹ ਹੋਇਆ ਕਰੇਗਾ। ਤੇ ਕਾਂਗਰਸ ਭਵਨ ਦੇ ਵਿੱਚ ਹਫ਼ਤੇ ਦੇ 5 ਦਿਨ ਭਾਵ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੋਈ ਨਾ ਕੋਈ ਮੰਤਰੀ ਬੈਠਿਆ ਕਰੇਗਾ ਤੇ ਸ਼ੁਰੂਆਤ 23 ਅਗਸਤ ਤੋਂ ਬ੍ਰਹਮ ਮਹਿੰਦਰਾ ਕਰਨਗੇ। ਇਹ ਵੀ ਪਤਾ ਲੱਗਾ ਕਿ ਰੋਜ਼ ਇੱਕ ਮੰਤਰੀ ਦੀ ਡਿਊਟੀ ਹੋਇਆ ਕਰਨੀ ਹੈ ਉੱਥੇ ਬੈਠਣ ਦੀ, ਪਰ ਹੋ ਸਕਦਾ ਕਿ ਜਿਹੜੇ ਦਿਨ ਉਹਦੀ ਡਿਊਟੀ ਲੱਗੇ ਉਹਦਾ ਕੋਈ ਰੁਝੇਵਾਂ ਹੋਵੇ। ਇਹਦਾ ਬਦਲ ਵੀ ਲੱਭਿਆ ਗਿਆ ਕਿ ਜੇਕਰ ਉਹ ਮੰਤਰੀ ਉਸ ਦਿਨ ਰੁੱਝਿਆ ਹੋਇਆ ਕਰੇਗਾ, ਬਿਜੀ ਹੋਵੇਗਾ, ਤਾਂ ਉਹਦੀ ਥਾਂ ਤੇ ਕੋਈ ਹੋਰ ਮੰਤਰੀ ਬੈਠਿਆ ਕਰੇਗਾ। ਪਰ ਹਫ਼ਤੇ ਦੇ 5 ਦਿਨ ਕਾਂਗਰਸ ਭਵਨ ਦੇ ਵਿੱਚ ਕੋਈ ਨਾ ਕੋਈ ਮੰਤਰੀ ਮੌਜੂਦ ਰਿਹਾ ਕਰੇਗਾ। ਕਾਰਨ ਇਹ ਹੈ ਕਿ ਚੋਣਾਂ ਦੇ ਵਿੱਚ ਸਮਾਂ ਬੜਾ ਨੇੜੇ ਹੈ, ਬੜਾ ਘੱਟ ਸਮਾਂ ਰਹਿੰਦਾ ਹੈ। ਇਸ ਕਰਕੇ ਪੰਜਾਬ ਦਾ ਚੋਣ ਮੈਦਾਨ ਇੱਕ ਵਾਰ ਫਿਰ ਤੋਂ ਫਤਿਹ ਕਰਨਾ ਚਾਹੁੰਦੇ ਹੈ। ਤੇ ਦੂਸਰੇ ਪਾਸੇ ਜਿੱਥੇ ਸਿੱਧੂ ਦੇ ਥੋੜੇ ਜਿਹੇ ਸੁਰ ਠੀਕ ਹੋਣ ਲੱਗੇ ਨੇ, ਸੁਖਜਿੰਦਰ ਰੰਧਾਵਾ ਨੇ ਮੋਰਚਾ ਖੋਲ੍ਹਿਆ। ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਨੇ ਸੁਮੇਧ ਸੈਣੀ, ਵਿਜੀਲੈਂਸ ਬਿਊਰੋ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕੁਝ ਘੰਟਿਆਂ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਜਿੱਥੇ ਵਿਰੋਧੀ ਪਾਰਟੀਆਂ ਸਰਕਾਰ ਦੇ ਢੰਗ ਤੇ ਤਰੀਕਿਆਂ ਤੇ ਸਵਾਲ ਉਠਾ ਰਹੀਆਂ ਨੇ, ਸਵਾਲ ਚੁੱਕ ਰਹੀਆਂ ਨੇ, ਉੱਥੇ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਹਦੇ ਉੱਤੇ ਆਪਣੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਤੇ ਜਦੋਂ ਉਹਨਾਂ ਦੀ ਪ੍ਰਤੀਕਿਰਿਆ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਹੁਤਾ ਕੋਈ ਸਮਾਂ ਨਹੀਂ ਲਾਇਆ, ਤੁਰੰਤ ਉਹਨਾਂ ਨੇ ਵੀ ਇੱਕ ਟਵੀਟ ਦੇ ਰਾਹੀਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਵਾਬ ਦਿੱਤਾ। ਨਾਲ ਇਹ ਵੀ ਆਖਿਆ ਕਿ ਜਿਹੜੇ ਇਸ ਤਰ੍ਹਾਂ ਦੇ ਮੁੱਦੇ ਹੁੰਦੇ ਨੇ ਜਨਤਕ ਤੌਰ ਤੇ ਨਾ ਚੁੱਕੇ ਜਾਣ। ਅਸਲ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਆਖਿਆ ਸੀ ਕਿ ਹਾਈ ਕੋਰਟ ਵੱਲੋਂ ਰਿਹਾਈ 30 ਘੰਟਿਆਂ ਦੇ ਅੰਦਰ ਅੰਦਰ ਹੀ ਸੈਣੀ ਵੱਲੋਂ ਸਲਾਖਾਂ ਤੋਂ ਬਾਹਰ ਆ ਜਾਣ ਦੇ ਮਾਮਲੇ ਦੀ ਜਾਂਚ ਕਰਵਾਓ। ਮੁੱਖ ਮੰਤਰੀ ਜੀ, ਐਡਵੋਕੇਟ ਜਨਰਲ, ਗ੍ਰਹਿ ਸਕੱਤਰ ਜਾਂ ਵਿਜੀਲੈਂਸ ਬਿਊਰੋ ਦੇ ਜਿਹੜੇ ਮੁਖੀ ਨੇ ਇਹਨਾਂ ਨੂੰ ਅਹੁਦਿਆਂ ਤੋਂ ਬਰਖਾਸਤ ਕਰੋ ਕਿ ਨਲਾਇਕੀ ਹੈ ਤੁਹਾਡੀ। ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਟੈਗ ਕੀਤਾ ਸੀ ਖਾਸ ਕਰਕੇ 2 ਬੰਦਿਆਂ ਨੂੰ। ਉਹਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਇਹਨਾਂ ਨੂੰ ਟੈਗ ਕੀਤਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਜਾਂ ਗ੍ਰਹਿ ਵਿਭਾਗ ਦੀ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਜਾਂ ਉਹਨਾਂ ਤੇ ਟੀਕਾ ਟਿੱਪਣੀ ਨਾ ਕੀਤੀ ਹੋਵੇ। ਪਹਿਲਾਂ ਵੀ ਉਹ ਮੁੱਖ ਮੰਤਰੀ ਸਾਹਮਣੇ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਚੁੱਕੇ ਨੇ।
ਰੰਧਾਵਾ ਸਾਹਿਬ ਦੇ ਟਵੀਟ ਤੋਂ ਬਾਅਦ ਕਪਤਾਨ ਨੇ ਰੰਧਾਵਾ ਨੂੰ ਨਸੀਹਤ ਦਿੱਤੀ ਹੈ। ਨਸੀਹਤ ਦਿੰਦਿਆਂ ਲਿਖਿਆ ਕਿ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਜ਼ਰੂਰ ਕਰਿਆ ਕਰੋ। ਅਜਿਹੇ ਸੰਵੇਦਨਸ਼ੀਲ ਮੁੱਦੇ ਪਾਰਟੀ ਦੇ ਅੰਦਰ ਉਠਾਏ ਜਾਣ, ਮੇਰੇ ਨਾਲ ਗੱਲ ਕੀਤੀ ਜਾਵੇ, ਜਨਤਕ ਤੌਰ ਤੇ ਬਿਆਨ ਨਾ ਦਿੱਤੇ ਜਾਣ। ਹੁਣ ਦੱਸਣਾ ਬਣਦਾ ਕਿ ਸਿਰਫ ਸੁਖਜਿੰਦਰ ਰੰਧਾਵਾ ਹੀ ਨਹੀਂ, ਆਮ ਆਦਮੀ ਪਾਰਟੀ ਨੇ ਵੀ, ਬਾਕੀ ਦੀਆਂ ਵਿਰੋਧੀ ਧਿਰਾਂ ਨੇ ਵੀ ਸੈਣੀ ਦੀ ਜਿਵੇਂ ਗ੍ਰਿਫਤਾਰੀ ਹੋਈ, ਫਿਰ ਜਿਵੇਂ ਰਿਹਾਈ ਹੋਈ, ਗ੍ਰਿਫਤਾਰੀ ਤੇ ਰਿਹਾਈ ਦੇ ਢੰਗ ਦੇ ਉੱਤੇ, ਤਰੀਕਿਆਂ ਦੇ ਉੱਤੇ ਸਵਾਲ ਉਠਾਏ ਨੇ, ਦੋਸ਼ ਲਾਏ ਨੇ ਕਿ ਸਰਕਾਰੀ ਮਸ਼ੀਨਰੀ ਸੈਣੀ ਨੂੰ ਬਚਾਉਣ ਦੇ ਯਤਨ ਕਰ ਰਹੀ ਹੈ। ਹੁਣ ਜੇਕਰ ਸੁਮੇਧ ਸੈਣੀ ਦੀ ਹੋਈ ਇਸ ਗ੍ਰਿਫਤਾਰੀ ਦੇ ਤੱਥਾਂ ਤੇ ਗੌਰ ਕਰੀਏ, ਜਿਹੜੀ ਗੱਲ ਕਪਤਾਨ ਸਾਹਿਬ ਸੁਖਜਿੰਦਰ ਰੰਧਾਵਾ ਨੂੰ ਕਹਿੰਦੇ ਨੇ ਕਿ ਤੱਥਾਂ ਦੀ ਪੜਚੋਲ ਕਰਿਆ ਕਰੋ, ਚਲ ਆਪਾਂ ਗੌਰ ਕਰ ਲੈਂਦੇ ਹਾਂ। ਜੇ ਹੁਣ ਤੱਥਾਂ ਤੇ ਝਾਤ ਮਾਰਦੇ ਆ ਤਾਂ ਸ਼ਾਇਦ ਕੋਈ ਹੈਰਾਨੀ ਨਹੀਂ ਹੋਣੀ ਕਿ ਇਸ ਤਰ੍ਹਾਂ ਦੀ ਕਿਹੜੀ ਗੱਲ ਸੀ ਕਿ ਆਖਰਕਾਰ ਸੁਮੇਧ ਸੈਣੀ ਪੁਲਿਸ ਦੀ ਹਿਰਾਸਤ ਵਿੱਚ ਵੀ ਆ ਜਾਂਦੇ ਨੇ, ਦੂਸਰੇ ਦਿਨ ਰਿਹਾਈ ਵੀ ਹੋ ਜਾਂਦੀ ਹੈ। ਜੇਕਰ ਉਹ ਪੁਲਿਸ ਦੀ ਪਕੜ ਵਿੱਚ ਆਏ ਸੀ ਕਿ ਇਹਨੂੰ ਅਸੀਂ ਪੁਲਿਸ ਦੀ ਪ੍ਰਾਪਤੀ ਗਿਣੀਏ ਜਾਂ ਫਿਰ ਉਹਨੂੰ ਸੁਮੇਧ ਸੈਣੀ ਦੀ ਕੋਈ ਚਾਲ ਗਿਣੀਏ, ਕਿਉਂਕਿ ਸਾਰੇ ਲੋਕ ਜੋੜ ਤੋੜ ਕਰ ਰਹੇ ਨੇ, ਸਿਆਸੀ ਗਲਿਆਰਿਆਂ ਦੇ ਵਿੱਚ ਵੀ ਇਹੋ ਹੀ ਚਰਚਾ ਹੈ। ਇਸ ਬਾਰੇ ਹਰ ਥਾਂ ਤੇ ਖਬਰਾਂ ਦਾ ਬਾਜ਼ਾਰ ਗਰਮ ਰਿਹਾ। ਆਪੋ ਆਪਣੇ ਤਰੀਕੇ ਨਾਲ ਲੋਕ ਕਿਆਫੇ ਲਾ ਰਹੇ ਨੇ, ਕਿਆਸ ਲਾ ਰਹੇ ਨੇ, ਅਟਕਲ ਪੱਚੂ ਲਾ ਰਹੇ ਨੇ। ਇਸ ਦਾ ਸ਼ਾਇਦ ਕਾਰਨ ਇਹ ਹੈ ਕਿ ਸਾਬਕਾ ਡੀਜੀਪੀ ਸੈਣੀ ਨੂੰ ਤੁਸੀਂ ਗੌਰ ਕਰੋ ਕਿ ਨਾ ਤਾਂ ਬਰਗਾੜੀ ਦੇ ਵਿੱਚ ਨਿਹੱਥੇ ਸਿੱਖਾਂ ਤੇ ਗੋਲੀ ਚਲਾਉਣ ਦੇ ਜਿਹੜੇ ਹੁਕਮ ਦਿੱਤੇ ਸੀ ਉਹਦੇ ਵਿੱਚ ਹਿਰਾਸਤ ਲਿਆ ਜਾ ਸਕਿਆ, ਨਾ ਮੁਲਤਾਨੀ ਕੇਸ ਦੇ ਵਿੱਚ ਮੁਲਤਾਨੀ ਨੂੰ ਘਰੋਂ ਚੁੱਕ ਕੇ ਖਪਾ ਦਿੱਤਾ ਗਿਆ। ਸੁਮੇਧ ਸੈਣੀ ਦੇ ਖਿਲਾਫ ਉਸ ਵਕਤ ਜਿਹੜੇ ਪੁਲਿਸ ਵਿੱਚ ਮੁਲਾਜ਼ਮ ਸੀ ਉਹਨਾਂ ਨੇ ਠੋਕ ਕੇ ਗਵਾਹੀ ਦਿੱਤੀ ਹੈ, ਉਸ ਕੇਸ ਦੇ ਵਿੱਚ ਗ੍ਰਿਫਤਾਰੀ ਨਾ ਹੋ ਸਕੀ। ਫਿਰ ਅਸਲੀਅਤ ਕੀ ਹੈ? ਆ ਪੈਸੇ ਦੇ ਕੁਝ ਘਪਲੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਅਧੀਨ ਕੋਈ ਬਹਾਨਾ ਬਣਾ ਕੇ ਸੈਣੀ ਨੂੰ ਗ੍ਰਿਫਤਾਰ ਕੀਤਾ ਗਿਆ। ਬਾਅਦ ਦੇ ਵਿੱਚ ਕੁਝ ਘੰਟਿਆਂ ਦੇ ਦੌਰਾਨ ਹੀ ਉਹਨੂੰ ਰਿਹਾ ਵੀ ਕਰਵਾ ਦਿੱਤਾ ਗਿਆ ਜਾਂ ਕਰ ਦਿੱਤਾ ਗਿਆ। ਹੁਣ ਤੁਸੀਂ ਆਪ ਦੇਖੋ, ਆਪ ਸੋਚੋ ਕਿ ਜਿਸ ਵਕਤ ਸੁਮੇਧ ਸੈਣੀ ਵਿਜੀਲੈਂਸ ਬਿਊਰੋ ਦੇ ਗੇਟ ਤੇ ਜਾਂਦਾ ਹੈ, ਕਿਸੇ ਅਫਸਰ ਨੂੰ ਕੋਈ ਜਾਣਕਾਰੀ ਉਹ ਹੈ ਨਹੀਂ, ਉੱਥੇ ਕੋਈ ਬਹੁਤਾ ਹਮਲਾ ਫੈਲਿਆ ਹੀ ਹੈ ਨਹੀਂ। ਉਹਨਾਂ ਦੇ ਪਹੁੰਚਣ ਤੋਂ ਬਾਅਦ ਦਰਅਸਲ ਵਿਜੀਲੈਂਸ ਹਰਕਤ ਵਿੱਚ ਆਉਂਦੀ ਹੈ। ਹੁਣ ਜਿਹੜੇ ਬੰਦੇ ਨੂੰ ਗ੍ਰਿਫਤਾਰੀ ਹੋਈ ਹੈ ਜਾਂ ਗ੍ਰਿਫਤਾਰੀ ਕੀਤੀ ਗਈ ਹੈ, ਉਹ ਆਪ ਗਿਆ ਉੱਥੇ ਚੱਲ ਕੇ, ਵਿਜੀਲੈਂਸ ਬਿਊਰੋ ਵਾਲੇ ਉੱਥੇ ਹੈ ਹੀ ਨਹੀਂ। ਤੁਸੀਂ ਆਪ ਹਿਸਾਬ ਲਾਓ ਕਿ ਕਾਫੀ ਦੇਰ ਤੋਂ ਪੁਲਿਸ ਕਹਿ ਰਹੀ ਹੈ ਕਿ ਅਸੀਂ ਛਾਪੇਮਾਰੀ ਕਰ ਰਹੇ ਹਾਂ, ਅਸੀਂ ਸੈਣੀ ਨੂੰ ਗ੍ਰਿਫਤਾਰ ਕਰਨਾ ਹੈ, ਪਰ ਜਦੋਂ ਉਹ ਗ੍ਰਿਫਤਾਰ ਹੋਣ ਜਾਂਦੇ ਨੇ ਉੱਥੇ ਕੋਈ ਅਧਿਕਾਰੀ ਹੈ ਨਹੀਂ। ਦੂਸਰੇ ਪਾਸੇ ਜਿਸ ਵਕਤ ਉਹ ਗ੍ਰਿਫਤਾਰੀ ਦੇਣ ਵਾਸਤੇ ਗਏ ਨੇ ਜਾਂ ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਉਸ ਵਕਤ ਪੰਜਾਬ ਪੁਲਿਸ ਦਾ ਸੁਰੱਖਿਆ ਕਰਮਚਾਰੀ ਉਹਨਾਂ ਦੇ ਨਾਲ ਹੈ। ਇਹ ਸਾਰੇ ਸਮੇਂ ਦੇ ਵਿੱਚ ਉਹ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਦੇ ਹੇਠ ਸੀ। ਹੁਣ ਜਿੰਨੇ ਆ ਤੱਥ ਨੇ, ਇਹਨਾਂ ਤੋਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਜਿਹੜੇ ਸਥਾਨਕ ਪੁਲਿਸ ਅਫਸਰ ਨੇ ਕਿ ਅੱਜ ਵੀ ਉਹ ਕਿਤੇ ਸੁਮੇਧ ਸੈਣੀ ਨੂੰ ਆਪਣੇ ਨਾਲੋਂ ਜ਼ਿਆਦਾ ਤਾਕਤਵਰ ਤਾਂ ਨਹੀਂ ਸਮਝ ਰਹੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਾਂ ਪੰਜਾਬ ਸਰਕਾਰ ਕਿਤੇ ਸੁਰਖੀਆਂ ਬਟੋਰਨ ਵਾਸਤੇ ਤਾਂ ਨਹੀਂ ਆ ਕੁਝ ਕਰ ਰਹੀ, ਕਿਤੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਨਹੀਂ ਸਭ ਕੁਝ ਹੋ ਰਿਹਾ। ਹੁਣ ਜੇਕਰ ਉਹ ਗ੍ਰਿਫਤ ਵਿੱਚ ਆਇਆ, ਮੈਂ ਕੱਲ੍ਹ ਦਾ ਪ੍ਰੋਗਰਾਮ ਸੁਣ ਲਿਓ, ਉਹਦੇ ਵਿੱਚ ਮੈਂ ਬੜੀ ਡਿਟੇਲ ਨਾਲ ਦੱਸਿਆ ਕਿ ਕਿਹੜੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ, ਕਿਹੜੇ ਉਹਨਾਂ ਤੇ ਕੇਸ ਬਣੇ ਹੋਏ ਨੇ, ਕਿੰਨੇ ਕਰੋੜਾਂ ਦੇ ਗਬੰਦੀਆਂ ਕਹਾਣੀਆਂ ਨੇ, ਕਿਹੜੀ ਕਲੋਨੀ ਨਜਾਇਜ਼ ਕੱਟੀ ਗਈ। ਜੇ ਇਹ ਸਾਰਾ ਕੁਝ ਇੱਕ ਆਮ ਵਿਅਕਤੀ ਕਰਦਾ ਹੈ ਕਿ ਉਹਦੀ ਰਿਹਾਈ ਸੰਭਵ ਹੈ। ਜੇ ਕੋਈ ਵਿਅਕਤੀ ਕਿਸੇ ਨੂੰ ਘਰੋਂ ਅਗਵਾ ਕਰਦਾ ਹੈ, ਉਹਦੇ ਨਾਲ ਅੰਨਾ ਤਸ਼ੱਦਦ ਕਰਦਾ ਹੈ, ਉਹਨੂੰ ਮਾਰ ਵੀ ਦਿੰਦਾ ਤੇ ਲਾਸ਼ ਵੀ ਖੁਰਦ-ਬੁਰਦ ਕਰ ਦਿੱਤੀ ਜਾਂਦੀ ਹੈ, ਤੇ ਠੋਕ ਕੇ ਜਿਹੜੇ ਬੰਦੇ ਉਹ ਸਭ ਕੁਝ ਅੱਖੀਂ ਵੇਖ ਰਹੇ ਸੀ ਉਹ ਗਵਾਹੀ ਅਦਾਲਤ ਵਿੱਚ ਦਿੰਦੇ ਨੇ ਕਿ ਕੀ ਬੰਦੇ ਦੀ ਰਿਹਾਈ ਹੋਊਗੀ, ਕੀ ਬੰਦੇ ਨੂੰ ਬਲੈਂਕਟ ਬੇਲ ਮਿਲੂਗੀ, ਕੀ ਬੰਦੇ ਦੀ ਗ੍ਰਿਫਤਾਰੀ ਹੋਊਗੀ। ਜੇਕਰ ਅੱਜ ਤੱਕ ਬੇਇਨਸਾਫੀ ਦੀ ਗੱਲ ਚੱਲ ਰਹੀ ਹੈ, ਬੇਅਦਬੀ ਦੀ ਗੱਲ ਚੱਲ ਰਹੀ ਹੈ, ਇਹ ਤਾਂ ਉਹ ਬੰਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਇਨਸਾਫ ਦਾ ਮੰਦਰ ਹਾਂ, ਜਿਨ੍ਹਾਂ ਨੂੰ ਇਹ ਵੀ ਪਤਾ ਕਿ ਕਾਨੂੰਨ ਕੰਮ ਕਿਵੇਂ ਕਰਦਾ। ਸੋ ਕਹਿਣ ਦਾ ਭਾਵ ਇਹ ਤੱਥ ਜੇ ਥੋੜ੍ਹੇ ਬਹੁਤ ਵੀ ਅਸੀਂ ਵਿਚਾਰੀਏ, ਜੇ ਬਹੁਤੀ ਡੂੰਘਾਈ ਵਿੱਚ ਨਾ ਵੀ ਜਾਈਏ, ਪੇਤਲਾ ਸੋਚੀਏ, ਤਾਂ ਵੀ ਮਹਿਸੂਸ ਤਾਂ ਇਹ ਹੁੰਦਾ ਕਿ ਆਪ ਹੀ ਫੜ ਲਿਆ ਤੇ ਆਪ ਹੀ ਛਡਾ ਦਿੱਤਾ। ਕਿਤੇ ਨਾ ਕਿਤੇ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਭਟਕਾਉਣ ਦੀਆਂ ਸਾਜ਼ਿਸ਼ਾਂ ਤਾਂ ਨਹੀਂ, ਕਿਤੇ ਇਹ ਤਾਂ ਨਹੀਂ ਵੀ ਆਹ ਦੇਖੋ ਪਿਛਲੇ ਤਾਂ ਫੜ ਨਹੀਂ ਸੀ ਸਕੇ, ਅਸੀਂ ਫੜ ਵੀ ਲਿਆ ਪਰ ਅਸੀਂ ਕੀ ਕਰੀਏ, ਇਹ ਤਾਂ ਅਦਾਲਤ ਨੇ ਛੱਡ ਦਿੱਤਾ। ਸੋ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਜਿਹੜੇ ਆਮ ਲੋਕਾਂ ਦੀ ਜ਼ੁਬਾਨ ਤੇ ਨੇ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਸੱਚਮੁੱਚ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ। ਤੇ ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ
ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਧਿਰ ਬਰਖਾ।